कुलदीप सिंह मर्डर केस ਦੇ ਵਿੱਚ 3 ਗ੍ਰਿਫਤਾਰੀਆਂ ਕੀਤੀਆਂ। ਦੀਪਕ ਏਲੀਆਸ ਮੁੰਡੀ, ਕਪਿਲ ਪੰਡਿਤ, ਰਜਿੰਦਰ ਜੋਕਰ। ਇਹਨਾਂ ਨੂੰ ਇੰਡੋ ਨੇਪਾਲ ਬਾਰਡਰ ਦੀ ਚੈੱਕ ਪੋਸਟ BOP ਪਾਣੀ ਟੈਂਕੀ ਪੁਲਿਸ ਸਟੇਸ਼ਨ ਖਾਰੀਬਾੜੀ ਦਾਰਜਲਿੰਗ ਡਿਸਟ੍ਰਿਕਟ ਦੇ ਏਰੀਆ ਤੋਂ ਗ੍ਰਿਫਤਾਰ ਕੀਤਾ ਗਿਆ। ਇੱਕ ਜੁਆਇੰਟ ਆਪਰੇਸ਼ਨ ਸੈਂਟਰਲ ਏਜੰਸੀਜ਼ ਤੇ ਦਿੱਲੀ ਪੁਲਿਸ ਦੇ ਨਾਲ ਕੀਤਾ ਗਿਆ ਤੇ ਦਿੱਲੀ ਪੁਲਿਸ ਦੀ ਵੀ ਟੀਮ ਉੱਥੇ ਸੀਗੀ। ਸੋ ਆਈ ਥੈਂਕ ਕਮਿਸ਼ਨਰ ਆਫ ਪੁਲਿਸ ਦਿੱਲੀ and Delhi Police Special Cell for cooperating with us in this operation। ਤੇ ਇਹ ਜੁਆਇੰਟ ਆਪਰੇਸ਼ਨ ਜਿਹੜਾ ਸਾਡੀ ਟੀਮ AIG ਗੁਰਮੀਤ ਚੌਹਾਨ, AIG ਸੰਦੀਪ ਗੋਇਲ, DSP ਵਿਕਰਮ ਬਰਾੜ ਇੱਥੋਂ ਅਸੀਂ ਡਿਸਪੈਚ ਕੀਤੀ ਸੀ। AGTF ਦੀ ਟੀਮ ਅੰਡਰ ਦੀ ਸੁਪਰਵਿਜ਼ਨ ਆਫ ਮਿਸਟਰ ਪ੍ਰਮੋਦ ਬਾਨ। ਸੋ ਇਹਨਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜੀ ਤੇ ਇਹ ਪੰਜਾਬ ਚੀਫ ਮਿਨਿਸਟਰ ਭਗਵੰਤ ਮਾਨ ਜੀ ਦੇ ਆਰਡਰਾਂ ਤੇ ਪੰਜਾਬ ਨੂੰ ਗੈਂਗਸਟਰਸ ਤੇ ਕ੍ਰਾਈਮ ਤੋਂ ਫ੍ਰੀ ਕਰਨ ਦੀ ਜਿਹੜੀ ਡਰਾਈਵ ਹੈਗੀ ਇਹ ਜਾਰੀ ਰਹੂਗੀ। ਵਿਦ ਥੀਸ ਅਰੈਸਟ ਸ਼ੁਭਦੀਪ ਮਰਡਰ ਕੇਸ ਦੇ ਵਿੱਚ ਹੁਣ 23 ਗ੍ਰਿਫਤਾਰੀਆਂ ਹੋ ਗਈਆਂ। ਟੋਟਲ 35 ਅਕਿਊਜ਼ਡ ਨੋਮੀਨੇਟਡ ਹੈਗੇ ਤੇ 2 ਅਕਿਊਜ਼ਡ ਜਿਹੜੇ ਉਹ ਲਾਈਵ ਐਨਕਾਊਂਟਰ ਦੇ ਵਿੱਚ ਨਿਊਟਰਲਾਈਜ਼ ਹੋ ਚੁੱਕੇ ਹੈ। ਇੱਕ ਅਕਿਊਜ਼ਡ ਸਚਿਨ ਬਿਸ਼ਨੋਈ ਅਸੀਂ ਆਈਡੈਂਟੀਫਾਈ ਕਰਕੇ ਸੈਂਟਰਲ ਏਜੰਸੀਜ਼ ਦੀ ਹੈਲਪ ਦੇ ਨਾਲ ਅਜ਼ਰਬੈਜਾਨ ਦੇ ਵਿੱਚ ਉਹਨੂੰ ਡਿਟੇਨ ਕਰਾਇਆ ਹੈ ਤੇ ਦੇਰ ਇਜ਼ ਇਨਪੁਟ ਅਬਾਊਟ ਅਨਦਰ ਅਕਿਊਜ਼ਡ ਜਿਹੜਾ ਪਰਸੂ ਕੀਤਾ ਜਾ ਰਿਹਾ ਹੈ। ਤੇ ਇਹ ਜਿਹੜੇ ਅਕਿਊਜ਼ਡ ਹੈਗੇ ਇਹਨਾਂ ਦੀ ਪ੍ਰੀਲਿਮਿਨਰੀ ਇੰਟਰੋਗੇਸ਼ਨ ਦੇ ਵਿੱਚ ਆਇਆ ਹੈਗਾ ਕਿ ਜਿਹੜਾ ਰਜਿੰਦਰ ਜੋਕਰ ਸੀਗਾ ਇਹ ਪਹਿਲੇ ਤੋਂ ਨੇਪਾਲ ਦੇ ਵਿੱਚ ਸਟੇਸ਼ਨਡ ਸੀ। ਸੋ ਹੀ ਵਾਜ਼ ਇਨ ਟੱਚ ਥਰੂ ਗੋਲਡੀ ਬਰਾੜ ਜਿਹੜਾ ਕਿ ਮਾਸਟਰਮਾਈਂਡ ਸੀਗਾ ਮਰਡਰ ਦਾ। ਹੀ ਵਾਜ਼ ਆਲਸੋ ਮਾਸਟਰਮਾਈਂਡ ਆਫ ਦੇਅਰ ਐਸਕੇਪ ਪਲਾਨ। ਸੋ ਮੋਸਟਲੀ ਮੁੰਡੀ ਤੇ ਕਪਿਲ ਇਕੱਠੇ ਰਹੇ ਹੈਗੇ ਤੇ ਦੇ ਹੈਵ ਸ਼ਿਫਟਡ ਬੇਸ ਹਰਿਆਣਾ, ਰਾਜਸਥਾਨ, UP ਤੋਂ ਹੁੰਦੇ ਹੋਏ ਦੇ ਰੀਚਡ ਵੈਸਟ ਬੰਗਾਲ। ਇਹਨਾਂ ਦੀ ਪਲੈਨਿੰਗ ਸੀਗੀ ਕਿ ਨੇਪਾਲ ਦੇ ਥਰੂ ਇਹਨਾਂ ਨੂੰ ਇਹ ਪ੍ਰੋਮਿਸ ਕੀਤਾ ਗਿਆ ਸੀ ਕਿ ਤੁਹਾਨੂੰ ਦੁਬਈ ਦੇ ਵਿੱਚ ਫੇਕ ਪਾਸਪੋਰਟਸ ਤੇ ਸੈਟਲ ਕਰਾ ਦਾਂਗੇ ਤੇ ਨੇਪਾਲ ਤੋਂ ਥਰੂ ਆਈਦਰ ਲੈਂਡ ਰੂਟ ਯੂਜ਼ਿੰਗ ਭੂਟਾਨ ਤੇ ਉਸ ਤੋਂ ਬਾਅਦ ਮਿਆਂਮਾਰ, ਥਾਈਲੈਂਡ ਜਾਂਦਾ ਜਾਂ ਜੇ ਇਹਨਾਂ ਨੂੰ ਫੇਕ ਪਾਸਪੋਰਟ ਡਿਲੀਵਰ ਹੋ ਜਾਂਦੇ ਨੇਪਾਲ ਦੇ ਵਿੱਚ ਤੇ ਕਾਠਮਾਂਡੂ ਤੋਂ ਫਲਾਈਟ ਫੜ ਕੇ ਬੈਂਕਾਕ ਤੇ ਫਿਰ ਦੁਬਈ ਐਸਕੇਪ ਦਾ ਪਲਾਨ ਸੀਗਾ। ਤੇ ਇੰਟਰੋਗੇਸ਼ਨ ਦੇ ਵਿੱਚ ਹਾਲੇ ਪ੍ਰੀਲਿਮਿਨਰੀ ਸਟੇਜ ਤੇ ਇਹ ਵੀ ਗੱਲ ਆਈ ਹੈ ਜਿਹੜੀ ਕਪਿਲ ਪੰਡਿਤ ਦੀ ਇੰਟਰੋਗੇਸ਼ਨ ਹੈ ਕਿ ਉਸ ਨੂੰ ਲਾਰੈਂਸ ਬਿਸ਼ਨੋਈ ਨੇ ਅਪਰੋਚ ਕੀਤਾ ਸੀਗਾ ਥਰੂ ਸੰਪਤ ਨੇਹਰਾ ਐਂਡ ਗੋਲਡੀ ਬਰਾੜ ਕਿ ਸਲਮਾਨ ਖਾਨ ਨੂੰ ਟਾਰਗੇਟ ਕਰਨ ਲਈ ਤੇ ਅਲੋਂਗ ਵਿਦ ਸਚਿਨ ਬਿਸ਼ਨੋਈ ਐਂਡ ਸੰਤੋਸ਼ ਯਾਦਵ ਜਿਹੜਾ ਸ਼ੂਟਰ ਮਹਾਰਾਸ਼ਟਰ ਫੜਿਆ ਗਿਆ ਸੀਗਾ। ਤੋ ਇਹਨਾਂ ਨੇ ਕਾਫੀ ਇਲੈਬੋਰੇਟ ਰੈਕੀ ਕੀਤੀ ਸੀਗੀ ਐਂਡ ਦੇ ਸਪੈਂਟ ਅ ਲੋਟ ਆਫ ਟਾਈਮ ਇਨ ਮੁੰਬਈ। ਤੋ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਇਹ ਐਂਗਲ ਵੀ ਵੈਰੀਫਾਈ ਕਰ ਲਾਂਗੇ ਤੇ ਇਹ ਜਿਹੜਾ ਸ਼ੁਭਦੀਪ ਮਰਡਰ ਕੇਸ ਹੈਗਾ ਸਾਇੰਟੀਫਿਕ ਤਰੀਕੇ ਨਾਲ ਸਾਰਿਆਂ ਦੇ ਕੋਆਪਰੇਸ਼ਨ ਨਾਲ ਫਰੋਮ ਦਾ ਵੈਰੀ ਡੇ ਜਦੋਂ ਇਹ ਕੇਸ ਸ਼ੁਰੂ ਹੋਇਆ ਸੀਗਾ 29 ਮਈ ਦਾ ਇਨਸੀਡੈਂਟ ਹੈਗਾ। ਸੋ 30 ਮਈ ਨੂੰ ਸਾਨੂੰ ਬ੍ਰੇਕ ਥਰੂ ਮਿਲੀ ਸੀ ਜਿਹੜੀ ਉਹ ਗੱਡੀ ਦੇ ਵਿੱਚ ਜਸਟ ਟੂ ਰਿਕਾਊਂਟ ਕਿ ਜਿਵੇਂ 2 ਸ਼ੂਟਰਸ ਕਰੋਲਾ ਦੇ ਵਿੱਚ ਸੀਗੇ, 4 ਸ਼ੂਟਰਸ ਬੋਲੇਰੋ ਦੇ ਵਿੱਚ ਸੀਗੇ ਜਿਹਨੂੰ ਅਸੀਂ ਬੋਲੇਰੋ ਮੋਡਿਊਲ ਤੋਂ ਕਰੋਲਾ ਮੋਡਿਊਲ ਕਹਿੰਦੇ। ਕਰੋਲਾ ਮੋਡਿਊਲ ਵਾਲੇ ਜਿਹੜੇ ਸ਼ੂਟਰ ਸੀਗੇ ਉਹ ਜੱਗੂ ਭਗਵਾਨਪੁਰੀਆ ਨੇ ਪ੍ਰੋਵਾਈਡ ਕੀਤੇ ਸੀ ਜਿਹੜੇ ਐਨਕਾਊਂਟਰ ਦੇ ਵਿੱਚ ਨਿਊਟਰਲਾਈਜ਼ ਹੋ ਗਏ ਦੋਵੇਂ। ਜਿਹੜੇ ਇਹਦੇ 'ਚ ਇਹ ਚੌਥਾ ਬੰਦਾ ਸੀਗਾ ਜਿਹੜਾ ਕਰੋਲਾ ਦੇ ਵਿੱਚ ਸੀਗਾ ਦੀਪਕ along with other 3 people were arrested by Delhi police ਤੇ ਉਹ ਜਿਹੜੀ ਸਲਿੱਪ ਸੀਗੀ ਉਹ ਫਤਿਹਾਬਾਦ ਹਰਿਆਣਾ ਟਰੇਸ ਹੋਈ ਸੀਗੀ। ਉਸ ਤੋਂ ਬਾਅਦ ਅਸੀਂ ਅੱਗੇ CCTV ਫੁਟੇਜ ਉਹਦਾ ਸਟੱਡੀ ਕਰਕੇ ਉਹਦੇ 'ਚ ਪ੍ਰੀਅਮਵੰਤ ਦੀ ਸ਼ਨਾਖਤ ਹੋ ਗਈ ਸੀ। ਉਸ ਤੋਂ ਬਾਅਦ ਦਾ ਰੂਟ ਵਾਜ਼ ਆਈਡੈਂਟੀਫਾਈਡ। ਅਸੀਂ ਟੈਕਨੀਕਲੀ ਜਿਹੜੇ ਟਾਵਰ ਡੰਪਸ ਚੱਕੇ ਸੀਗੇ ਤੇ ਵੀ ਹੈਡ ਪ੍ਰੀਪੇਅਰਡ ਅ ਰੂਟ ਤੇ ਕੋਆਪਰੇਸ਼ਨ ਵਿਦ ਅਦਰ ਏਜੰਸੀਜ਼ ਵਾਜ਼ ਡਨ। ਸਾਨੂੰ ਪਹਿਲੀ ਬ੍ਰੇਕ ਥਰੂ ਮਿਲੀ ਸੀਗੀ ਜਦੋਂ ਉੱਤਰਾਖੰਡ ਦੇ ਵਿੱਚ ਇੱਕ ਮੁੰਡਾ ਜਿਹਨੇ ਕਾਰ ਪ੍ਰੋਵਾਈਡ ਕੀਤੀ ਸੀ ਉਹ ਮਨਪ੍ਰੀਤ ਭਾਊ ਤੇ ਮਨਪ੍ਰੀਤ ਮੰਨਾ ਟਰੇਸ ਹੋਈ ਸੀਗੇ। ਉਹਨਾਂ ਦੀ ਇੰਟਰੋਗੇਸ਼ਨ ਤੋਂ ਬਾਅਦ 31 ਨੂੰ ਅਸੀਂ ਜੇਲ੍ਹ ਦੇ ਵਿੱਚ ਸਾਰਜ ਮਿੰਟੂ ਨੂੰ ਪ੍ਰੋਡਕਸ਼ਨ ਰਿਮਾਂਡ ਤੇ ਲਿਆਂਦਾ ਸੀਗਾ ਤੇ ਇੱਕ ਸਿਲਸਿਲੇਵਾਰ ਅਸੀਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਹੈ ਤੇ ਕਾਮਯਾਬੀ ਹਾਸਲ ਕੀਤੀ ਹੈ। ਵੀ ਆਰ ਕਮਿਟਡ ਟੂ ਐਨਸ਼ੋਰਿੰਗ ਜਸਟਿਸ ਇਨ ਦਾ ਸ਼ੁਭਦੀਪ ਕੇਸ ਤੇ ਸਾਡਾ ਐਂਡੇਵਰ ਹੋਊਗਾ ਕਿ ਪੁਖਤਾ ਕੇਸ ਬਣਾ ਕੇ ਸਾਰੇ ਮੁਲਜ਼ਮਾਂ ਨੂੰ ਕਨਵਿਕਸ਼ਨ ਕੀਤੀ ਜਾਵੇ। ਜਿਹੜੇ ਬਾਹਰ ਬੈਠੇ ਹੈ ਉਹਨਾਂ ਨੂੰ ਵੀ ਵਾਪਸ ਲਿਆਉਣ ਲਈ ਐਕਸਟ੍ਰੈਡੀਸ਼ਨ ਲਈ ਰੈੱਡ ਕਾਰਨਰ ਨੋਟਿਸ ਗੋਲਡੀ ਬਰਾੜ ਦਾ ਵੀ ਜਾਰੀ ਹੋ ਗਿਆ ਹੈ ਤੇ we are pursuing all leads. I'll just request Mr. Pramod Ban to speak briefly on the investigation and then we'll welcome any questions. Good morning. ਜਿਵੇਂ ਸਰ ਨੇ ਪਹਿਲੇ ਦੱਸਿਆ ਇਹ ਸ਼ੁਰੂ ਤੋਂ ਹੀ ਬਹੁਤ ਹੀ ਸਾਇੰਟਿਫਿਕ ਤਰੀਕੇ ਨਾਲ ਲੀਡਸ ਨੂੰ ਫੋਲੋ ਕਰਦੇ ਹੋਏ ਇਨਵੈਸਟੀਗੇਸ਼ਨ ਚੱਲੀ ਹੈ ਤੇ ਕੜੀ ਬਦਲ ਕੜੀ ਵਾਰੀ ਕਰਕੇ ਇੱਕ ਬੰਦਾ ਭਾਵੇਂ ਉਹ ਰੈਕੀ ਕਰਨ ਵਾਲਾ ਸੀਗਾ, ਭਾਵੇਂ ਉਹ ਐਕਚੁਅਲ ਸ਼ੂਟਰ ਸੀਗੇ, ਭਾਵੇਂ ਦੂਜੇ ਸਪੋਰਟ ਪ੍ਰੋਵਾਈਡਰ ਸੀਗੇ, ਹਰ ਇੱਕ ਨੂੰ ਅਰੈਸਟ ਕੀਤਾ ਗਿਆ ਵਿਦ ਐਗਜ਼ੈਕਟ ਰੋਲ ਹਰ ਇੱਕ ਦਾ ਕੀ ਹੈਗਾ ਉਹਨੂੰ ਡਿਫਾਈਨ ਕਰਕੇ ਹੁਣ ਚਾਰਜਸ਼ੀਟ ਫਾਈਲ ਕੀਤੀ ਜਾ ਚੁੱਕੀ ਹੈ। ਜਿਹੜਾ ਇਹ ਬੰਦਾ ਇੱਕ ਸ਼ੂਟਰ ਰਹਿੰਦਾ ਸੀਗਾ
ਸ਼ੁਰੂ ਤੋਂ ਹੀ ਇਹਦੇ ਮਗਰ ਅਸੀਂ ਵੀ ਤੇ ਬਾਕੀ ਹੋਰ ਏਜੰਸੀਜ਼ ਵੀ ਲੱਗੇ ਹੋਏ ਸੀਗੇ, so we got the follow up leads on them, so our parties went to West Bengal and finally they've arrested ਉਹਨਾਂ ਨੂੰ ਵਾਪਸ ਲੈ ਕੇ ਆਏ ਸੀ। so ਇਸ ਸਾਰੀ ਤਫਤੀਸ਼ ਦੇ ਦੌਰਾਨ it was an important case, ਸਾਰੀ ਤਫਤੀਸ਼ ਦੇ ਦੌਰਾਨ as per guidance from CM ਸਾਹਿਬ and DGP ਸਾਹਿਬ ਇੱਕ ਚੀਜ਼ ਸਿਲਸਿਲੇਵਾਰ ਸਾਰੀ ਏਜੰਸੀਜ਼ ਨੂੰ ਨਾਲ ਲੈ ਕੇ ਤੇ ਸਾਰੀ ਏਜੰਸੀਜ਼ ਦੇ ਕੋਆਪਰੇਸ਼ਨ ਦੇ ਨਾਲ ਇਹ ਤਫਤੀਸ਼ ਕੀਤੀ ਗਈ ਹੈ, and I am very thankful to the whole team of AGTF, DSR and all the other state as well as central agencies ਜਿਨ੍ਹਾਂ ਦੀ ਕੋਆਪਰੇਸ਼ਨ ਨਾਲ ਇਹ ਸਾਰਾ ਮਸਲਾ ਹੱਲ ਹੋਇਆ। ਕਿ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਸੀਐਮ ਸਾਹਿਬ ਨੇ ਰੈਗੂਲਰਲੀ ਉਹ ਕੇਸ ਦੀ ਮੋਨੀਟਰਿੰਗ ਕਰਦੇ ਸੀ ਕਿ ਹਰ 2 ਹਫ਼ਤੇ ਬਾਅਦ ਤੇ ਚੀਫ ਮਿਨਿਸਟਰ ਸਾਹਿਬ ਇਨਵੈਸਟੀਗੇਸ਼ਨ ਦੇ ਰਿਵਿਊ ਕਰਦੇ ਸੀ ਕਿ ਵਿਦਆਊਟ ਇੰਟਰਫੀਅਰਿੰਗ ਕਿ ਅਸੀਂ ਪ੍ਰੋਫੈਸ਼ਨਲ ਤਰੀਕੇ ਨਾਲ ਇੰਟਰਫੀਅਰੈਂਸ ਕੀਤੀ ਹੈ, ਬਟ देयर वाज दिस strong political will to solve this case and to establish the rule of law by ensuring justice. सर दो क्वेश्चन है सर मेरे सर, एक तो एक भी बार-बार क्योंकि पुलिस ਨੂੰ ਬਾਹਰੋਂ को चैलेंज करना, ਜਿਵੇਂ ਕੱਲ ਅਰੈਸਟ ਹੋਣ ਤੋਂ ਬਾਅਦ ਜਸਟ 2 ਮਿੰਟ ਸੀ ਗੋਲਡੀ ਬਰਾੜ ਦਾ ਇੱਕਦਮ ਸਟੇਟਮੈਂਟ ਆਉਣ ਲੱਗੀ, ਮਤਲਬ ਕਹਿੰਦੇ ਪੰਜਾਬ ਪੁਲਿਸ ਨੂੰ ਜੇ ਕੁਝ ਲੋਕ ਨੇ ਜਿਵੇਂ ਚੁਣੌਤੀ ਦਿੰਦੇ ਨੇ ਬਾਰ-ਬਾਰ ਕਰਦੇ ਆ, ਚਾਹੇ ਆਪਾਂ ਪ੍ਰੋਸੈਸ ਅਡਾਪਟ ਕੀਤਾ ਹੋਇਆ ਲੇਕਿਨ ਇੱਕ ਨਾ ਕਿ ਜੇ ਲੈਂਥੀ ਕਿਉਂਕਿ ਉਹ ਬਾਰ-ਬਾਰ ਇੱਕ ਉਹ ਸੋਸ਼ਲ ਮੀਡੀਆ ਨੂੰ ਕਰਕੇ ਇੱਕ ਤਰ੍ਹਾਂ ਲੋਕਾਂ ਨੂੰ ਵੀ ਗੁੰਮਰਾਹ ਕਰਦੇ ਆ। ਸੈਕਿੰਡ ਸਰ ਤੁਸੀਂ ਸਲਮਾਨ ਖਾਨ ਨੇ ਬਾਕੀਆਂ ਨੇ ਵੀ ਗੱਲ ਕੀਤੀ ਹੈ ਜੀ, ਪ੍ਰੋਮਿਨੈਂਟ ਲੋਕ ਨੇ ਸਰ ਜਿਹੜੇ ਉਹਨਾਂ ਦੇ ਟਾਰਗੇਟ ਸੀ, ਪਲੀਜ਼ ਸਰ ਬਰੀਫ ਕਰਨਾ ਕਿਉਂਕਿ ਬਰੀਫ ਕਰਨ ਬਾਲ ਸਾਹਿਬ ਕਿ ਵੀ ਇਹਨਾਂ ਨੂੰ ਫੜਿਆ ਕਿੱਦਾਂ, ਕਿਉਂਕਿ ਥੋੜਾ ਜਿਹਾ ਬਹੁਤ ਇੱਕ ਹਰ ਚੀਜ਼ ਦੀ ਸਟੋਰੀ ਤਾਂ ਇੰਟਰਸਟਿੰਗ ਹੁੰਦੀ ਕਿਉਂਕਿ ਫੜਨਾ ਠੀਕ ਹੈ ਇਨਵੈਸਟੀਗੇਸ਼ਨ ਪਾਰਟ ਆਫ ਦੀ ਆਏਗਾ, ਲੇਕਿਨ ਪਹੁੰਚਣ ਤੱਕ ਦੀ ਪਲੀਜ਼ ਸਾਨੂੰ ਦੱਸ ਦੇਣਾ ਕਿ ਕਿਵੇਂ ਪਹੁੰਚੇ ਕਿਵੇਂ ਹੋਇਆ, ਕਿਉਂਕਿ ਸਰ ਬਾਕੀ ਦਾ देखो जी जितों तक गोल्डी का सवाल है, देखो जी आई विल नॉट रिएक्ट टू द स्टेटमेंट्स ऑफ अ फ्यूजिटिव, no I will not, नहीं is he ma'am, is he an authority so I will not, देखो जी reply to him कोई गल नहीं जी, उरे लावांगे एक और प्रेस कॉन्फ्रेंस करांगे ਜਦੋਂ गोल्डी आऊगा जी। नहीं मैं रिक्वेस्ट करूंगा गुरमीत चौहान जी डिटेल च दस देंगे, पर अदरवाइज देखो एक दिन कल असी फड़िया है, एक कपिल पंडित की इंटरोगेशन के विच आया, हुण देखो संतोष यादव भी फड़िया जा चुका महाराष्ट्र तो, ਜਿਹੜਾ ਦੂਜਾ ਬੰਦਾ ਹੈਗਾ ਉਹ ਡਿਟੇਨ ਹੋ ਗਿਆ ਜਿਹੜਾ ਬਿਸ਼ਨੋਈ ਸਚਿਨ ਬਿਸ਼ਨੋਈ ਹੈ। ਸੋ ਅਸੀਂ ਸਿਸਟਮੈਟਿਕ ਤਰੀਕੇ ਨਾਲ ਜਿਹੜੇ ਵੀ ਇਹਨਾਂ ਨੇ ਡਿਸਕਲੋਜ਼ਰ ਦਿੱਤੀ ਹੈ ਦੈਟ ਇਜ਼ ਟੂ ਬੀ ਯੈਟ ਟੂ ਬੀ ਕੋਰੋਬੋਰੇਟਡ, ਮਤਲਬ ਅਸੀਂ 100% ਉਸ ਤੇ ਯਕੀਨ ਨਹੀਂ ਕਰ ਸਕਦੇ ਤੇ ਅਸੀਂ ਦੂਜਿਆਂ ਨੂੰ ਲਾਵਾਂਗੇ, ਇੰਟਰੋਗੇਸ਼ਨ ਕਰਾਂਗੇ, ਨਿਸ਼ਾਨਦੇਹੀ ਕਰਾਵਾਂਗੇ, ਜੇ ਲੋਡ ਹੋਏਗੀ ਆਪਣੀ ਪੁਲਿਸ ਪਾਰਟੀ ਬੰਬੇ ਭੇਜਾਂਗੇ ਜੀ, ਤੇ ਹਾਲੇ ਇਟ ਇਜ਼ ਵੈਰੀ ਪ੍ਰੀਲਿਮਿਨਰੀ ਡਿਸਕਲੋਜ਼ਰ ਜੀ। ਸਰ ਇੱਕ ਸਵਾਲ ਹੈ, ਸਰ ਇੱਕ ਸਵਾਲ ਹੈ, ਕਤਲ ਹੋਇਆ ਸਰ 29 ਤਰੀਕ ਨੂੰ ਕਤਲ ਹੋਇਆ, 10 ਤਰੀਕ ਨੂੰ ਗ੍ਰਿਫਤਾਰੀ ਹੋਈ ਹੈ, 105 दिन मतलब टोटल 105 दिन ਸੀਗੇ, 105 दिन ਅੱਜ ਕਿੱਥੇ ਕਿੱਥੇ ਮੂਵਮੈਂਟ ਰਹੀ ਹੈ, ਕਿੱਥੇ ਕਿੱਥੇ ਹਾਈਡ ਆਊਟ ਲਿਆ ਦੀਪਕ ਮੁੰਡੀ ਨੇ। ਦੇਖੋ ਜੀ ਸਾਰਾ ਕੁਝ ਤੇ ਅਸੀਂ ਨਹੀਂ ਸ਼ੇਅਰ ਕਰ ਸਕਦੇ, ਨਾ ਕਰਾਂਗੇ ਜੀ, ਪਰ ਜਿਵੇਂ ਮੈਂ ਬਰੀਫਲੀ ਦੱਸਿਆ ਸੀਗਾ ਜਿਹੜੀ ਸਟੇਟਾਂ 'ਚ ਇਹ ਰਹੇ ਹੈਗੇ ਨਾ, ਦੀਪਕ ਤੇ ਇਹ ਇਕੱਠੇ ਸੀਗੇ ਜੀ, ਦੀਪਕ ਐਂਡ ਕਪਿਲ ਵਰ ਟੁਗੇਦਰ। ਹਰਿਆਣਾ ਦੇਖੋ ਦੇ ਆਰ ਸ਼ਿਫਟਿੰਗ ਟੁਵਰਡਸ ਵੈਸਟ ਬੰਗਾਲ, ਰਾਜਸਥਾਨ, ਹਰਿਆਣਾ, यूपी, बिहार एंड वेस्ट बंगाल ब्रॉडली इस एक सुनियोजित तरीके नाल प्लान्ड तरीके नाल उस बॉर्डर आउटपोस्ट तक पहुंचे सी। सर कपिल पंडित ਤੇ ਜਿਹੜਾ ਜੋਕਰ ਹੈ ਇਹਨਾਂ ਨੂੰ ਹੁਣ ਨਾਮਜ਼ਦ ਕੀਤਾ ਜਾ ਰਿਹਾ ਹੈ ਕਿਉਂਕਿ ਇਹਨਾਂ ਨੇ ਲਗਾਤਾਰ ਜਿੱਦਾਂ ਤੁਸੀਂ ਵੀ ਕਿਹਾ ਕਿ ਲੌਜਿਸਟਿਕ ਚੀਜ਼ਾਂ ਇਹਨਾਂ ਨੂੰ ਮੁਹੱਈਆ ਕਰਾਈਆਂ ਸਟਾਰਟਿੰਗ ਤੋਂ ਲੈ ਕੇ, ਤਾਂ ਇਹਨਾਂ ਨੂੰ ਵੀ ਨਾਮਜ਼ਦ ਕੀਤਾ ਜਾ ਰਿਹਾ ਇਸ ਪੂਰੇ ਮਾਮਲੇ 'ਚ। ਪਹਿਲਾਂ ਤੋਂ ਸੀ ਦੋਵੇਂ ਪਹਿਲੇ ਤੋਂ ਨਾਮਜ਼ਦ ਸੀਗੇ, ਇਹਨਾਂ ਦਾ ਸ਼ੂਟਰ ਨਹੀਂ ਹੈਗੇ ਬਟ ਸਪੋਰਟਿੰਗ, ਕਿਉਂਕਿ ਇਹਨਾਂ ਦਾ ਰੋਲ ਪਹਿਲੇ ਆ ਗਿਆ ਸੀਗਾ ਇਨਵੈਸਟੀਗੇਸ਼ਨ ਦੇ ਵਿੱਚ। ਕਰਦੇ ਕੌਣ ਕਿਉਂਕਿ ਇੰਨੀ ਵੱਡੀਆਂ ਚੱਲਣਾ ਕਿੰਨੇ ਦਿਨ ਬਾਹਰ ਰਹੇ ਕੋਈ ਤਾਂ ਸਰ ਪਿੱਛੇ ਕਿਉਂਕਿ ਸਰ ਫੰਡਿੰਗ ਦਾ ਜਾਂ ਜਿਹੜੇ ਵੈਪਨਸ ਆਏ ਉਹਨਾਂ ਦਾ ਜ਼ਿਕਰ ਚਾਰਜਸ਼ੀਟ 'ਚ ਵੀ ਨਹੀਂ ਹੋਇਆ ਕਿ ਇਹ ਕਿੱਥੇ ਫੰਡਿੰਗ ਕਿੱਥੋਂ ਹੋਈ ਹੈ ਜਾਂ ਜਿਹੜੇ ਹਥਿਆਰ ਹੈ ਉਹ ਵੀ ਫੰਡਿੰਗ ਦਾ ਸਰ ਵੈਪਨ ਕਰਨਾ। ਨਹੀਂ ਅਸੀਂ ਦੇਖੋ ਜੀ ਸਪਲੀਮੈਂਟਰੀ ਚਾਰਜਸ਼ੀਟ ਫਾਈਲ ਕਰਾਂਗੇ, ਅਦਰਵਾਈਜ਼ ਇਟ ਇਜ਼ ਵੈਰੀ ਕਲੀਅਰ ਕਿ ਗੋਲਡੀ ਜਿਹੜਾ ਹੈਗਾ ਉਹ ਲਿੰਚ ਪਿਨ, ਚਲੋ ਮਤਲਬ ਮੈਂ ਲੋੜ ਤੋਂ ਵੱਧ ਕ੍ਰੈਡਿਟ ਗੋਲਡੀ ਨੂੰ ਵੀ ਨਹੀਂ ਦਿੰਦਾ ਕਿਉਂਕਿ ਇਹਦੇ 'ਚ ਕਈ ਕੜੀਆਂ ਜੁੜੀਆਂ ਹੈਗੀ, ਪਰ ਮੇਨਲੀ ਮਤਲਬ ਉਹ ਅੱਗੇ ਕਨਵੇ ਜਿਵੇਂ ਇਹਨਾਂ ਦਾ ਉਰੇ ਨੈਟਵਰਕ ਹੈਗਾ, ਟੈਲੀਫੋਨ ਤੇ ਇਨ ਟੱਚ ਹੁੰਦੇ ਆ, ਤਾਂ ਹੀ ਅਸੀਂ ਜਿਹੜੇ ਬੰਦੇ ਪਨਾਹ ਦੇ ਰਹੇ ਹੈਗੇ, ਜਿਹੜੇ ਬੰਦੇ ਪੈਸੇ ਦੇ ਰਹੇ हैं, ਅਸੀਂ ਸਾਰਿਆਂ ਨੂੰ ਨੋਮੀਨੇਟ ਕਰਕੇ गिरफ्तार कर रहे हैं एंड स्पेसिफाइंग द रोल ऑफ ईच पर्सन। सारे वेपन्स रिकवर हो चुके हैं या फिर अभी भी कुछ पेंडिंग है? ਨਹੀਂ ਮੈਂ ਦੱਸਿਆ ਸੀਗਾ ਨਾ 23 ਅਕਿਊਜ਼ਡ ਅਸੀਂ ਅਰੈਸਟ ਕੀਤੇ हैं ਜੀ ਤੇ 2 ਅਕਿਊਜ਼ਡ ਨਿਊਟਰਲਾਈਜ਼ ਹੋ ਗਏ ਜੀ ਤੇ ਹੁਣ ਤੱਕ 35 ਅਕਿਊਜ਼ਡ ਨੇਮਡ ਹੈਗੇ ਜੀ।
ਵਾਲਾ ਦੇ ਫਾਦਰ ਦੀ ਪ੍ਰਤੀਕਿਰਿਆ ਆਈ ਹੈ, ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਫੜੇ ਗਏ ਨੇ ਤਾਂ ਛੋਟੇ ਲੋਕ ਨੇ, ਕਿ ਬੜਿਆਂ ਦੇ ਗਿਰੇਬਾਨ ਤੱਕ ਹੱਥ ਜਾਊਗੇ। ਦੇਖੋ ਜੀ, ਉਹਨਾਂ ਦੇ ਬਿਆਨ ਤੇ ਉਹਨਾਂ ਦਾ ਅਸੀਂ ਬਹੁਤ ਰਿਗਾਰਡ ਕਰਦੇ ਹਾਂ ਤੇ ਇੰਨਾ ਵੱਡਾ ਨੁਕਸਾਨ ਹੋਇਆ ਹੈ ਤੇ ਸਾਨੂੰ ਪਤਾ ਕਿ ਸਾਡੇ ਉਪਰਾਲਿਆਂ ਤੋਂ ਕਦੀ ਜੋ ਨੁਕਸਾਨ ਹੋਇਆ ਵਾਪਸ ਨਹੀਂ ਆ ਸਕਦਾ, ਬਟ ਵੀ ਸਟੈਂਡ ਵਿਥ ਹਿਮ ਫੁਲੀ। ਸਰਦਾਰ ਬਲਕੌਰ ਸਿੰਘ ਨੇ ਬਹੁਤ ਹੀ ਮੈਚੁਰਿਟੀ ਨਾਲ ਸਾਰਾ ਮਸਲਾ ਹੈਂਡਲ ਕੀਤਾ ਹੈ ਤੇ ਅਸੀਂ ਉਹਨਾਂ ਦੇ ਬਿਆਨ ਤੇ ਫॉर ਯੋਰ ਇਨਫੋਰਮੇਸ਼ਨ ਜਿਨ੍ਹਾਂ ਤੇ ਉਹਨਾਂ ਨੂੰ ਸ਼ੱਕ ਸੀਗਾ, ਉਹਨਾਂ ਦਾ ਸਟੇਟਮੈਂਟ ਅਸੀਂ ਲਿਖਿਆ ਹੈ ਤੇ ਉਹਨਾਂ ਨੂੰ ਨੋਮੀਨੇਟ ਕਰ ਲਿਆ ਐਜ਼ ਅਕਿਊਜ਼ਡ, ਜਿਹੜੀ ਪਹਿਲੀ ਗੱਲ ਪ੍ਰੈਸ 'ਚ ਆਈ ਵੀ ਹੈ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਐਜ਼ ਪਰ ਲਾਅ ਅੱਗੇ ਕਾਰਵਾਈ ਕਰਾਂਗੇ ਜੀ। ਸਰ ਇਹ ਬਾਰ-ਬਾਰ ਕਹਿ ਰਹੇ ਵਾਲੇ ਫਾਦਰ ਕਿ ਵਾਈਟ ਕਾਲਰ ਨੂੰ ਫੜਨਾ ਹਜੇ ਬਾਕੀ ਹੈ। ਬਲਕੌਰ ਸਿੰਘ ਸਰ ਜਿਹੜੇ ਫਾਦਰ ਸਾਹਿਬ ਨੇ ਉਹ ਬਾਰ-ਬਾਰ ਇਹ ਗੱਲ ਕਹਿ ਰਹੇ, ਕੱਲ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਨਿਊਜ਼ 18 ਦੇ ਨਾਲ ਕਿ ਵਾਈਟ ਕਾਲਰ ਵਾਲੇ ਹਜੇ ਵੀ ਫਰਾਰ ਹੈ। ਹਾਲਾਂਕਿ ਗੈਂਗਸਟਰ ਉਹਨੂੰ ਫੜ ਰਹੀ ਹੈ ਪੁਲਿਸ, ਵਧੀਆ ਕੰਮ ਹੈ, ਲੇਕਿਨ ਜਿਹੜੇ ਵਾਈਟ ਕਾਲਰ ਨੇ ਕਈ ਜਿਹੜਾ ਇਨਡਾਇਰੈਕਟ ਉਹ ਗੱਲ ਕਰ ਰਹੇ ਹਨ, ਹੋਮਲੈਂਡ ਦੇ ਨਾਲ ਕਨੈਕਸ਼ਨ ਦੀ ਗੱਲ ਕਰ ਰਹੇ ਜਾਂ ਫਿਰ ਵਾਈਟ ਕਾਲਰਸ ਦੀ ਗੱਲ ਕਰ ਰਹੇ ਹਨ, ਇਹਨਾਂ ਨੂੰ ਲੈ ਕੇ ਹੁਣ ਪੁਲਿਸ ਕਿਸ ਤਰ੍ਹਾਂ ਉਹਨਾਂ ਨਾਲ ਗੱਲਬਾਤ? ਅਸੀਂ ਉਹਨਾਂ ਦੇ ਬਿਆਨ ਤੇ ਨਾ ਜੀ, ਉਹਨਾਂ ਦਾ ਸਪਲੀਮੈਂਟਰੀ ਬਿਆਨ ਲਿਖਿਆ ਸੀ, ਉਹਨਾਂ ਨੇ ਕੁਝ ਹੋਰ ਮੁਲਜ਼ਮਾਂ ਤੇ ਸ਼ੱਕ ਜ਼ਾਹਿਰ ਕੀਤਾ ਸੀ ਤੇ ਉਹਨਾਂ ਨੂੰ ਨੋਮੀਨੇਟ ਕਰਕੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਜੀ। ਤੇ ਮੈਂ ਸਪੈਸੀਫਿਕ ਕਮੈਂਟ ਇਨਵੈਸਟੀਗੇਸ਼ਨ ਬਾਰੇ ਨਹੀਂ ਦੇ ਸਕਦਾ ਕਿਉਂਕਿ ਉਹ ਇਨਵੈਸਟੀਗੇਸ਼ਨ ਆਨਗੋਇੰਗ ਹੈ ਉਨ ਮੁਲਜ਼ਮਾਂ ਬਾਰੇ ਜੀ। ਸਰ ਕੁਝ ਸਿੰਗਰਸ ਦੀ ਭੂਮਿਕਾ ਤੇ ਵੀ ਸਵਾਲ ਚੁੱਕੇ ਗਏ ਸੀ, ਉਹਨਾਂ ਨੇ ਸਾਨੂੰ ਬਿਆਨ ਦਿੱਤਾ ਹੈ ਜੀ ਤੇ ਉਸ ਦੇ ਬੇਸ ਤੇ ਅਸੀਂ ਇਨਵੈਸਟੀਗੇਟ ਕਰਾਂਗੇ ਜੀ। ਪ੍ਰਮੋਦ ਸਰ, ਇੱਕ ਬਾਰ-ਬਾਰ ਜਿਹੜੀ ਗੱਲ ਹੈ ਗੈਂਗਸਟਰ ਨੂੰ ਆਤੀ ਹੋ ਕੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਈ ਗਈ ਵਗੈਰਾ ਤੁਹਾਡੀ ਪ੍ਰਧਾਨਗੀ ਦੇ ਵਿੱਚ, ਲੇਕਿਨ ਇਹ ਸਰ ਗੈਂਗਸਟਰ ਜਿਹੜਾ ਚੱਲਦਾ ਪਿਆ ਕਲਚਰ ਛੋਟਾ-ਮੋਟਾ ਜੋ ਚੱਲਦਾ ਹੈ, ਇਹ ਤੁਸੀਂ ਮਤਲਬ ਕਰਤਾ ਸੀ ਜਿਹੜੀ ਕਿਉਂਕਿ ਮੇਨ ਇਹੀ ਇਕੱਲੇ ਗਰੋਹ ਹੈਗਾ ਜਿਹੜਾ ਹੋਣ ਤੋਂ ਬਾਅਦ ਖਤਮ ਹੋਣ ਦੀ ਸੰਭਾਵਨਾ, ਕਿ ਹੋਰ ਵੀ ਕੋਈ ਹੈਗੇ ਨੇ ਕਿੰਨੇ ਪ੍ਰਕਾਰ ਦੇ, ਏ ਕੈਟਾਗਰੀ ਬੀ ਕੈਟਾਗਰੀ ਆਲਮੋਸਟ ਕਿੰਨੇ ਕਿ ਹੈਗੇ? ਨਹੀਂ ਬਾਜਵਾ ਸਾਹਿਬ, ਮੈਂ ਪਹਿਲੇ ਮੈਂ ਦੱਸਾਂਗਾ। ਦੇਖੋ, ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇੱਕ ਸਟੇਟ ਲੈਵਲ ਦੀ ਨੋਡਲ ਏਜੰਸੀ ਹੈ, ਪਰ ਇਹਨਾਂ ਦਾ ਕੰਮ ਹੈਗਾ ਕੋਆਰਡੀਨੇਸ਼ਨ ਕਰਨਾ ਤੇ ਸਪੈਸ਼ਲ ਵੱਡੇ ਆਪਰੇਸ਼ਨ ਕਰਨੇ। ਅਦਰਵਾਈਜ਼ ਹਰ ਐਸਐਸਪੀ ਦਾ, ਮੈਂ ਸਾਰਿਆਂ ਨੂੰ ਇਹੀ ਕਹਿੰਦਾ, ਹਰ ਐਸਐਸਪੀ, ਹਰ ਸਬ ਡਿਵੀਜ਼ਨਲ ਡੀਐਸਪੀ, ਹਰ ਐਸਐਚਓ ਦਾ ਇਹ ਕੰਮ ਹੈ ਕਿ ਕ੍ਰਿਮੀਨਲਸ ਤੇ ਗੈਂਗਸਟਰਸ ਦੇ ਖਿਲਾਫ ਉਹ ਐਕਸ਼ਨ ਕਰੇ ਜੀ। ਇਹਨਾਂ ਦਾ ਰੋਲ ਹੈਗਾ ਟੂ ਕੋਆਰਡੀਨੇਟ, ਦੂਜੀ ਸਟੇਟਾਂ ਨਾਲ ਤਾਲਮੇਲ ਕਰਨਾ, ਜੇ ਇਹਨਾਂ ਕੋਲ ਵੱਡੀ ਇਨਫੋਰਮੇਸ਼ਨ ਹੁੰਦੀ ਜ਼ਿਲ੍ਹਿਆਂ 'ਚ ਆਪਸ ਦੇ ਵਿੱਚ ਤਾਲਮੇਲ ਕਰਨਾ। ਆਈ ਰਿਕੁਐਸਟ ਮਿਸਟਰ ਬਾਨ टू एलैबोरेट। सी एज पर जैसे डी साहब कह रहे हैं, जब से ये टीम बनी है उदो तो ही ना केवल बड़े गैंगस्टर्स के खिलाफ बल्कि जिवें सर ने किया हर एक जिले च कौन से लिस्टेड क्रिमिनल्स किहड़े हैगे आ ਉਹਨਾਂ ਦੇ ਖਿਲਾਫ ਕੀ ਕਰਨਾ ਬਣਦੀ, ਜਿਹੜੇ ਜੇਲ੍ਹ 'ਚ ਬੈਠੇ ਉਹ ਕੀ ਕਰੀ ਜਾ ਰਹੇ, ਉੱਥੇ ਉਹਨਾਂ ਦੀ ਕੀ ਐਕਟੀਵਿਟੀ ਹੈਗੀ ਹੈ, ਜੇਲ੍ਹ ਤੋਂ ਲਿਆ ਕੇ ਉਹਨਾਂ ਦੀ ਕੀ ਪੁੱਛਗਿੱਛ ਹੋ ਰਹੀ ਹੈ। ਹਰ ਜ਼ਿਲ੍ਹਾ ਵਾਰ ਟਾਸਕ ਵਟ ਕੇ ਸਾਰੇ ਐਸਐਸਪੀ ਸਾਰੇ ਡੀਐਸਪੀ ਇਹੀ ਕੰਮ ਕਰ ਰਹੇ ਨੇ ਐਂਡ ਵੀ ਆਰ ਪ੍ਰੋਵਾਈਡਿੰਗ ਟੋਟਲ ਕੋਆਰਡੀਨੇਸ਼ਨ ਐਂਡ ਐਨਾਲਿਸਿਸ ਐਜ਼ ਵੈਲ ਐਜ਼ ਆਲ ਸਪੋਰਟ। ਸਰ ਬਾਰ-ਬਾਰ ਰਿੰਡਾ ਦਾ ਨਾਮ ਸਾਹਮਣੇ ਆ ਰਿਹਾ, ਬਾਰ-ਬਾਰ ਲੰਡਾ ਦਾ ਨਾਮ ਸਾਹਮਣੇ ਆ ਰਿਹਾ। ਕਿਸੇ ਵੀ ਕੇਸ ਨੂੰ ਅਸੀਂ ਦੇਖ ਲਈਏ, ਅੰਮ੍ਰਿਤਸਰ ਵਾਲਾ ਜਿਹੜਾ ਆਈਡੀ ਕੇਸ ਹੋਇਆ ਜਾਂ ਫਿਰ ਕੁਰੂਕਸ਼ੇਤਰ ਵਾਲਾ ਜਿਹੜਾ ਤੁਸੀਂ ਬੰਦਾ ਫੜਾ ਨਛੱਤਰ ਸਿੰਘ ਮੋਦੀ ਜਾਂ ਹੋਰ ਸੁਖਦੇਵ ਤੇ ਹੋਰ ਹੈਪੀ, ਇਹ ਬਾਰ-ਬਾਰ ਪਾਕਿਸਤਾਨੀ ਜਿਹੜਾ ਰਿੰਦਾ ਬੈਠਾ ਹੈ ਜਾਂ ਫਿਰ ਲੰਡਾ ਦਾ ਫਾਈਨੈਂਸ਼ੀਅਲੀ ਜਾਂ ਫਿਰ ਐਕਸਪਲੋਸਿਵ, ਇਹਦਾ ਲੈ ਕੇ ਹੁਣ ਕੀ ਪੁਲਿਸ ਕਿਸ ਤਰ੍ਹਾਂ ਦਾ ਕੰਮ ਕਰ ਰਹੀ ਹੈ? ਕਿਉਂਕਿ ਇਹਨਾਂ ਦਾ ਨਾਮ ਗੈਂਗਸਟਰ ਦੇ ਨਾਲ ਵੀ ਜੁੜ ਰਿਹਾ ਹੈ। ਆਰਪੀਜੇ ਅਟੈਕ ਮਾਮਲੇ 'ਚ ਵੀ ਦੀਪਕ ਤੇ ਦੀਪਾਂਸ਼ੂ ਦਾ ਨਾਮ ਸਾਹਮਣੇ ਆ ਰਿਹਾ, ਜਿਹੜਾ ਗੈਂਗਸਟਰ ਫਲੋਰੈਂਸ ਬਿਸ਼ਨੋਈ ਦਾ ਗੁਰਗੇ ਸੀ। ਦੇਖੋ ਜੀ, ਇੱਥੇ ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਦਾ ਨਾਂ ਆਇਆ, ਅਸੀਂ ਇਹਨਾਂ ਨੂੰ ਨੋਮੀਨੇਟ ਕੀਤਾ ਹੈ। ਇਨਫੈਕਟ ਜਿਹੜਾ ਨਛੱਤਰ ਸਿੰਘ ਵਾਲਾ ਆਪਰੇਸ਼ਨ ਸੀ, ਬਹੁਤ ਵਧੀਆ ਆਪਰੇਸ਼ਨ ਪੁਲਿਸ ਦਾ ਹੋਇਆ, ਉਹਦੇ ਵਿੱਚ ਘੱਟ ਤੋਂ ਘੱਟ 25 ਜਿਹੜੇ ਲੰਡਾ ਦੇ ਜਿਹੜੇ ਕੰਟੈਕਟਸ ਹੈਗੇ, ਉਹਦਾ ਨਵਾਂ ਨੈਟਵਰਕ ਐਕਸਪੋਜ਼ ਹੋਇਆ ਹੈ। ਸਾਰਿਆਂ ਨੂੰ ਅਸੀਂ ਨੋਮੀਨੇਟ ਕੀਤਾ ਹੈ ਤੇ ਉਸ ਆਪਰੇਸ਼ਨ ਤੋਂ ਇਹਨਾਂ ਨੂੰ ਬਹੁਤ ਵੱਡੀ ਸੈਟਬੈਕ ਬੈਠੀ। ਅਦਰਵਾਈਜ਼ ਦੇਖੋ ਜੀ, ਆਈਐਸਆਈ ਦੇ ਡਾਇਰੈਕਸ਼ਨਸ ਤੇ ਜਿਹੜੇ ਬੰਦੇ ਉੱਥੇ ਬੈਠੇ ਹੈਗੇ, ਅਸੀਂ ਤੇ ਉਹਨਾਂ ਨੂੰ ਟੈਰਰਿਸਟ ਸਮਝਦੇ ਹਾਂ। ਉਹਦੇ ਵਿੱਚ ਭਾਵੇਂ ਇਹ ਗੈਂਗਸਟਰ ਸੀਗੇ, ਇਹਨਾਂ ਦਾ ਪਿਛੋਕੜ, ਸਾਡੇ ਲਈ ਜਿਹੜੇ ਬੰਦੇ ਨੇ ਟੈਰਰਿਸਟ ਕ੍ਰਾਈਮ ਕੀਤਾ ਹੈ, ਹੀ ਇਜ਼ ਅ ਟੈਰਰਿਸਟ ਐਂਡ ਹੀ ਵਿਲ ਬੀ ट्रीटेड एज सच। सर एक जो बात सामने आ रही है उसमें ये कि ये तीनों लोग बिहार से नेपाल में एंटर किए, तो वहां पर ये गांव वालों ने इनको बच्चा चोर समझकर इनकी पिटाई की, उसके बाद इन्होंने थाने की शरण ली और फिर उसके बाद ये एमएचए की जो है सुझाव के बाद एमएचए के बाद जब शिकायत पहुंची तब पंजाब पुलिस को उसका पता लगा। इसकी कितनी की सच्चाई पूरी? नहीं, देखिए हमारी टीमें वहाँ पहले से थी, तो इससे ज्यादा मैं कुछ नहीं कहूँगा क्योंकि इन्वेस्टिगेशन अभी चल रही है। मिलिटेंट ग्रुप का गैंगस्टर नाल कितना कटजोड़ हैगा किते ਜਿਹੜਾ ਬਾਹਰ ਤੋਂ ਕਿ ਅਕਸਰ ਤੋਂ ਕਿ ਗੈਂਗਸਟਰ ਦਾ ਚਲੋ ਹੁਣ ਤੁਸੀਂ ਲੱਗੇ ਪਿਓ ਉਹ ਫਾਰਵਰਡ ਮਿਲੀਟੈਂਟ ਦੇ ਬਾਹਰ ਵੀ ਨਹੀਂ ਬਾਜਵਾ ਸਾਹਿਬ ਬਿਲਕੁਲ ਠੀਕ ਹੈ। ਐਕਚੁਅਲੀ ਜਿਹੜੀ ਗੱਲ ਇਹ ਥੋੜੀ ਵਰੀਸਮ ਵੀ ਹੈ ਕਿਉਂਕਿ ਪਹਿਲੇ ਤੁਸੀਂ ਦੇਖੋਗੇ ਜਿਵੇਂ ਇਹ ਬਲਾਸਟ ਹੋਈ ਸੀ ਜਾਂ ਜਿਵੇਂ ਆਪਣਾ ਸ਼ਿੰਗਾਰ ਬਲਾਸਟ ਸੀਗਾ, ਉਸ ਤੋਂ ਬਾਅਦ ਸੀਗਾ, ਤੇ ਇਹਨਾਂ ਨੂੰ ਜਿਹੜੇ ਟੈਰਰਿਸਟ ਐਲੀਮੈਂਟਸ ਹੈਗੇ ਇਹਨਾਂ ਨੂੰ ਰਿਕਰੂਟ ਨਹੀਂ ਮਿਲ ਰਹੇ ਸੀ ਕਿਉਂਕਿ ਦੇਖੋ ਜਿਹੜਾ ਪੰਜਾਬ ਦਾ ਯੂਥ ਹੈਗਾ ਉਹ ਟੈਰਰਿਜ਼ਮ ਦੀ ਆਈਡੀਓਲੋਜੀ ਨਾਲ ਨਹੀਂ ਐਸੋਸੀਏਟਡ ਹੈ। ਪਰ ਇੱਕ ਇਹ ਨਾਭਾ ਜੇਲ ਬ੍ਰੇਕ ਦੇ ਵਿੱਚ ਪਹਿਲੀ ਵਾਰੀ 2016 ਦੇ ਵਿੱਚ ਪਹਿਲੀ ਵਾਰੀ ਟੈਰਰਿਸਟ ਗੈਂਗਸਟਰ ਨਿਕਸਸ ਵੇਖਣ 'ਚ ਆਇਆ ਹੈ ਤੇ ਇਹਨਾਂ ਨੂੰ ਗੈਂਗਸਟਰਸ ਨੂੰ ਐਜ਼ ਕੈਨਨ ਫੋਡਰ ਵਰਤਿਆ ਜਾ ਰਿਹਾ ਹੈ। ਇੱਕ ਦੂਜੇ ਦੇਸ਼ ਦੀ ਏਜੰਸੀ ਜਿਹੜੀ ਹੈਗੀ ਇਹਨਾਂ ਨੂੰ ਵਰਤ ਰਹੀ ਹੈਗੀ ਅੱਤਵਾਦੀ
ਘਟਨਾਵਾਂ ਨੂੰ ਅੰਜਾਮ ਦੇਣ ਲਈ। ਸਰ ਮੁੱਢਲੀ ਜਾਣਕਾਰੀ ਚ ਕੋਈ ਇਦਾਂ ਆਇਆ ਕਿ ਇਹਨਾਂ ਨੂੰ ਰਿਗਰੈਟ ਹੈਗਾ ਆਪਣੇ ਕੀਤੇ ਦੇ ਉੱਤੇ ਜਾਂ ਫਿਰ ਕਿਸੇ ਦੇ ਕਹਿਣ ਦੇ ਉੱਤੇ ਹੀ ਸਾਰਾ ਕੁਝ ਕੀਤਾ ਗਿਆ? ਦੇਖੋ ਜੀ ਦੇਰ ਆਰ ਮੈਨੀ, ਮੈਂ ਵਿਦਆਊਟ ਟੇਕਿੰਗ ਨੇਮਸ, ਜਦੋਂ ਅਸੀਂ ਇੰਟਰੋਗੇਸ਼ਨ ਕਰਦੇ ਕਈ ਗੈਂਗਸਟਰ ਕਹਿੰਦੇ ਜੀ ਠੀਕ ਹੈ ਜੀ ਅਸੀਂ ਗੈਂਗਸਟਰ ਹੈਗੇ, ਗਲਤੀ ਹੋ ਗਈ ਹੈ, ਪਰ ਅਸੀਂ ਐਂਟੀ ਨੈਸ਼ਨਲ ਨਹੀਂ ਹੈਗੇ। ਸੋ ਇਸ ਤਰ੍ਹਾਂ ਦੀ ਦੇਖੋ ਕ੍ਰਿਮੀਨਲ ਹੈ ਜੀ, ਤੇ ਕੁਝ ਗੈਂਗਸਟਰ ਹੈਗੇ ਜੀ। क्राइम हाले तक सिर्फ बदला ही लग गया है, कुछ और भी है मोटिव ऑफ क्राइम सर? सिर्फ बदला ही मोटिव ऑफ क्राइम उन्होंने बदला के समझे क्या? ਵੀ ਆਰ ਇਨਵੈਸਟੀਗੇਟਿੰਗ ਜੀ। ਸਰ ਕਿਹੜੀਆਂ ਟੀਮਾਂ ਇਹ ਕੰਮ ਕਰ ਰਹੀਆਂ ਨਾ ਮੋਟੀਵੇਟ ਵਾਸਤੇ, ਤੁਸੀਂ ਪੁਲਿਸ ਵੀ ਕਰਦੀ ਕਿਉਂਕਿ ਹਰ ਕੋਈ ਜਾਨ ਨਾਲ ਖੇਡਦਾ, ਹਾਲੇ ਡਿਊਟੀ ਇਹਨਾਂ ਦੀ ਹੈਗੀ ਹੈ, ਲੇਕਿਨ ਫਿਰ ਵੀ ਉਹ ਟੀਮਾਂ ਵਾਸਤੇ ਕੀ ਖਾਸ ਕੁਝ ਨਹੀਂ ਜੀ ਉਹ ਤੇ ਅਸੀਂ ਕਰਾਂਗੇ ਜੀ, ਮੋਟੀਵੇਟ ਕਰਾਂਗੇ, ਬਟ ਅਸੀਂ ਹਾਂਜੀ ਤਿੰਨ ਟੀਮਾਂ ਦੱਸਦੇ ਨੇ, ਤੁਸੀਂ ਥੋੜਾ ਖੁਲਾਸਾ ਕਰੋ ਸਰ, ਮਾੜਾ ਜਿਆਦਾ ਦੱਸ ਦਿਓ। ਨਹੀਂ they'll be given suitable incentive and rewards। ਜੀ ਸਰ ਇੱਕ ਜਿਹੜਾ ਨਸ਼ਤਰ ਸਿੰਘ ਗ੍ਰਿਫਤਾਰ ਹੋਇਆ ਸੀ, ਕਿਹਾ ਜਾ ਰਿਹਾ ਕਿ ਪੁੱਛਗਿੱਛ ਦੇ ਵਿੱਚ ਖੁਲਾਸੇ ਹੋਏ ਨੇ ਕਿ ਸਲੀਪਰ ਸੈੱਲ ਪੰਜਾਬ ਦੇ ਵਿੱਚ ਤਿਆਰ ਕੀਤੇ ਗਏ ਨੇ, 24 ਤੋਂ 25 ਬੰਦੇ ਜਿਹੜੇ ਨੇ ਉਹ ਤਿਆਰ ਹੋਏ ਨੇ ਜਿਹੜੇ ਐਕਸਪਲੋਸਿਵ ਬਣਾ ਸਕਦੇ ਨੇ, ਜਿਹੜੇ ਬਲਾਸਟ ਕਰਨ ਦੇ ਵਿੱਚ ਸક્ષਮ ਨੇ। ਇਸ ਤਰ੍ਹਾਂ ਦੀ ਸਰ ਇਹਦੇ ਵਿੱਚ ਇੱਕ ਹੋਰ ਐਡ ਕਰ ਲਓ, ਚੜਤ ਸਿੰਘ ਦਾ ਨਾਮ ਜਿਹੜਾ ਹੈਗਾ ਸਾਹਮਣੇ ਆਇਆ, ਚੜਤ ਸਿੰਘ ਉਹੀ ਹੈ? ਨਹੀਂ, ਯੈਸ ਯੂ ਆਰ ਰਾਈਟ, ਚੜਤ ਬਹੁਤ ਇੰਪੋਰਟੈਂਟ ਹੈ। ਨਹੀਂ ਮੈਂ ਇੰਟਰੋਗੇਸ਼ਨ ਦਾ ਖੁਲਾਸਾ ਦੇ ਸਕਦਾ ਕਿ ਸਿਰਫ ਤੇ ਕੱਲਾ ਨਛੱਤਰ ਹੈਗਾ who was able to assemble an IED। ਦੇਖੋ ਜੀ IED ਬਾਹਰੋਂ ਆਂਦੀ ਹੈ, ਸੋ ਇਹ ਜਿਹੜੇ 25 ਬੰਦੇ ਸੀਗੇ ਇਹ ਬੇਸਿਕਲੀ ਸਪੋਰਟ ਨੈਟਵਰਕ ਸੀ। ਸੋ ਨਨ ਆਫ them ਕੈਨ ਮੇਕ ਐਨ IED, ਬਟ this itself is very worrisome ਕਿ ਇੰਡੀਆ ਦੇ ਵਿੱਚ ਬੈਠਿਆ ਬੰਦਾ ਥਰੂ ਆਨਲਾਈਨ ਟ੍ਰੇਨਿੰਗ ਕਿ ਉਹਨੇ ਐਕਚੁਅਲੀ, ਅਸੀਂ ਜਦੋਂ ਉਹਨੂੰ ਪੁੱਛਗਿੱਛ ਕੀਤੀ ਤਾਂ ਉਹ IED ਬਣਾ ਸਕਦਾ ਹੈ। ਸੋ ਇਸ ਤਰ੍ਹਾਂ ਦੇ ਬੰਦੇ ਨੈਚੁਰਲੀ ਫਿਰ ਵਰਤੇ ਜਾ ਸਕਦੇ ਜੀ। ਸਰ RDX ਇਹ ਜਿਹੜੇ ਹੈਗੇ ਆ ਸਰ ਕਿੱਥੋਂ ਆ ਰਹੇ? ਕੋਈ ਪੰਜਾਬ ਤੋਂ ਵੱਖ-ਵੱਖ ਖਤਮ ਹੋ ਗਿਆ ਹੈ, ਕਿਉਂਕਿ ਕਿੱਥੋਂ ਆਇਆ ਡਰੋਨ ਆ ਰਹੇ ਜੀ। ਅਗਸਤ 2019 ਤੋਂ ਡਰੋਨ ਡਿਲੀਵਰੀ ਸ਼ੁਰੂ ਹੋਈ। ਦੇਖੋ ਜੀ BSF ਨੇ ਰੈਦਰ, ਮੈਂ ਐਪਰੀਸ਼ੀਏਟ ਕਰਦਾ, ਚੰਗਾ ਕੰਮ ਕਰਕੇ ਬਾਰਡਰ ਤੇ ਟਾਈਟਨੈਸ ਵਧਾਈ ਹੈ ਜੀ। ਜੇ ਤੁਸੀਂ ਪੂਰਾ ਇੱਕ ਓਵਰਆਲ ਪਰਸਪੈਕਟਿਵ ਦੇਖੋ ਨੈਸ਼ਨਲ ਲੈਵਲ ਤੇ, ਬਿਕੋਜ਼ ਆਫ BSF ਦੀ ਮੁਸਤੈਦੀ ਕਰਕੇ ਇਹ ਡਰੋਨ ਸ਼ੁਰੂ ਹੋਏ ਜੀ। ਇਹ ਤਾਂ ਦੇਖੋ ਚੂਹੇ ਪਿੱਲੀ ਦਾ ਗੇਮ ਹੈ ਜੀ, ਕੈਟ ਐਂਡ ਮਾਊਸ ਗੇਮ ਹੈ ਵੀ ਪਹਿਲੇ ਰਿਵਰਾਈਨ ਬਾਰਡਰ ਕ੍ਰਾਸਿੰਗਸ ਹੁੰਦੀਆਂ ਸੀ, ਜਦੋਂ ਉੱਥੇ ਸਖਤੀ ਕਰਤੀ ਹੁਣ ਡਰੋਨ ਸ਼ੁਰੂ ਕਰਤੇ, ਹੁਣ ਇੰਨੀ ਸਖਤੀ ਹੋ ਗਈ ਹੈ ਪੰਜਾਬ ਬਾਰਡਰ ਤੇ ਕਿ ਹੁਣ ਸੀ ਰੂਟ ਜ਼ਿਆਦਾ ਯੂਜ਼ ਹੋ ਰਿਹਾ। ਸੋ ਇਹ ਚੱਲਦਾ ਰਹੂਗਾ, ਉਹਨਾਂ ਨੇ ਆਪਣੇ ਹੱਥ ਕੰਡੇ ਚੇਂਜ ਕਰਨੇ, ਅਸੀਂ ਆਪਣੀ ਟੈਕਟਿਸ ਚੇਂਜ ਕਰਾਂਗੇ ਕਾਊਂਟਰ ਕਰਨ ਲਈ। ਅੱਜ ਤੱਕ ਕਿੰਨੇ ਸ਼ਾਰਟੇਜ ਹੋ ਚੁੱਕੇ ਹਨ ਸਰ? ਲਾਸਟ ਹੋਣਾ 2019 ਦੋਨੋਂ ਬਾਜਵਾ ਤਰਫਾਂ ਤੇ ਜਿਹੜੇ ਬਾਜਵਾ ਸਾਹਿਬ ਨੂੰ ਪ੍ਰੋਵੀਡੈਂਸ ਦੇ ਦੀ ਹੈ ਜੀ, 2019 ਉਹਨਾਂ ਦੀ ਸੁਣ ਲੈਂਦੇ ਸੀ ਪਹਿਲੇ ਵੱਡਾ ਮੈਂ ਜੀ। जी RDX वगैरह जैसे कितों पाकिस्तान को अक्सर है वो जम्मू वाला रूट भी क्योंकि ये बहुत बड़ा इंपॉर्टेंट क्योंकि कितना कितने यूज हो रहा है, थोड़ा बहुत कितने RDX मिल जाती कुछ भी है क्योंकि इधर ब्लास्ट कितने कर नहीं पाए, कितने कामयाब नहीं हो पाए, लेकिन ये सब कितों आ रहा है बेसिकली? देखो जी मेजरली नहीं बाजवा साहब 95% RDX डिलीवरी इज स्टिल थ्रू पंजाब बॉर्डर। ਐਕਸਪਲੋਸਿਵ ਜਿਹੜਾ ਤੇ ਵੈਪਨ ਮੋਸਟਲੀ ਪੰਜਾਬ ਬਾਰਡਰ ਤੇ ਡਰੋਨਾਂ ਦੇ ਥਰੂ ਆਉਂਦਾ ਹੈ। ਹੈਰੋਇਨ ਜਿਹੜੀ ਹੈਗੀ ਉਹ ਜੰਮੂ ਬਾਰਡਰ ਤੋਂ ਸੀ ਰੂਟ ਤੋਂ ਆਉਂਦੀ, ਸੀ ਰੂਟ ਤੋਂ ਕਿਉਂਕਿ ਅਨਸੇਫ ਹੈ, ਇਹ ਵੱਡੇ ਕੰਟੇਨਰਾਂ ਦੇ ਵਿੱਚ ਆਉਂਦੇ ਆ ਜੀ। ਸੋ ਮੇਬੀ ਦੇ ਫੀਲ ਕਿ ਕਿਤੇ ਜੇ ਟਰੈਪ ਹੋ ਗਿਆ ਕਿਸੇ ਹੋਰ ਨੇ ਵਰਤ ਲਏ, ਸੋ ਹਾਲੇ ਅਸਲੇ ਲਈ ਅਦਰਵਾਈਜ਼ ਰਿਕਵਰੀਜ਼ ਹੋਈਆਂ ਹੈ, ਸੀ ਰੂਟ ਤੋਂ ਵੀ ਅਸਲਾ ਆਇਆ ਹੈ, ਜੰਮੂ ਬਾਰਡਰ ਤੋਂ ਵੀ ਅਸਲਾ ਆਇਆ ਹੈ, ਬਟ ਅਦਰਵਾਈਜ਼ ਮੋਸਟਲੀ ਜਿਹੜੇ ਐਕਸਪਲੋਸਿਵਸ ਹੈਗੇ ਉਹ ਪੰਜਾਬ ਬਾਰਡਰ ਤੋਂ ਹੀ ਆਉਂਦੇ ਆ। ਟਾਰਗੇਟਡ ਉਹਨਾਂ ਦੇ ਡਰੋਨ ਡਿਲੀਵਰੀ ਜ਼ੋਨਸ ਹੈਗੇ, ਉੱਥੇ ਹੀ ਡਰੋਨ ਲੈਂਡ ਕਰਦੇ ਆ ਜੀ। ਸਰ ਕਿੰਨੇ ਡਰੋਨਸ ਪਰਸਨ? ਹਾਂਜੀ ਬਾਜਵਾ ਸਾਹਿਬ 19 ਕਿੰਨੇ ਡਰੋਨ ਸੌਟੀ ਦਾ ਕਿੰਨੇ ਕਰ ਚੁੱਕੇ ਨੇ? ਤੇ ਬਹੁਤ ਜ਼ਿਆਦਾ ਜੀ। ਅਤੇ ਮਤਲਬ ਇਸ ਸਾਲ ਹੀ ਨਾ ਜੀ, ਇਸ ਸਾਲ ਹੀ ਜਿਹੜੀ ਮਤਲਬ ਮਾਈ ਫਿਗਰਸ ਮੇ ਬੀ ਆਊਟਡੇਟਡ, ਆਈ ਥਿੰਕ 125 ਦੇ ਕਰੀਬ ਡਰੋਨ ਸੌਟੀਜ਼ ਆਈਆਂ, ਜਿਹੜੀ ਪਿਛਲੇ ਸਾਲ ਤੋਂ 1.5 ਗੁਣਾ ਜ਼ਿਆਦਾ ਹੈ। ਸੋ ਦੇਰ ਇਜ਼ ਅ ਇਨਕਰੀਜ਼ ਆਫ 50%। ਜੇ ਪਿਛਲੇ ਸਾਲ 80 ਦੇ ਕਰੀਬ ਆਈਆਂ ਹੋਣੀ, ਹੁਣ 120 123। ਅਦਰਵਾਈਜ਼ BSF ਨੇ ਵੀ ਕਾਫੀ ਜਿਹੜਾ ਆਪਣਾ ਟੈਕਨੀਕਲ ਸਿਸਟਮ ਕਾਫੀ, ਮੈਂ ਬਹੁਤ ਜ਼ਿਆਦਾ ਖੁੱਲ ਕੇ ਨਹੀਂ ਬੋਲ ਸਕਦਾ, ਤੇ ਮੈਨੀ ਡਰੋਨਸ ਹੈਵ ਬੀਨ ਨਿਊਟਰਲਾਈਜ਼ਡ ਆਲਸੋ, ਬਟ ਅਗੇਨ ਇਟਸ ਅ ਮਤਲਬ ਟੈਕਨੀਕਲ ਗੇਮ ਹੈਗੀ ਜੀ ਦੋਵੇਂ ਪਾਸੇ। ਇੱਕ ਗੈਂਗਵਾਰ ਦਾ ਅਲਰਟ ਹੈ ਔਰ ਨਾਲ ਕੁਝ ਟਾਰਗੇਟ ਕਿਲਿੰਗ ਦਾ ਵੀ ਅਲਰਟ ਆਇਆ ਸੀ। ਸੈਟਲ ਏਜੰਸੀ ਦਾ ਸੀ ਕਿ ਗੈਂਗਵਾਰ ਹੋ ਸਕਦੀ ਹੈ ਪੰਜਾਬ ਦੇ ਵਿੱਚ। ਦੇਖੋ ਜੀ ਅਸੀਂ ਨਿਰੰਤਰ ਜਿਹੜੇ ਦੋਵੇਂ ਫਰੰਟ ਤੇ ਅਸੀਂ ਟਾਰਗੇਟ ਹਾਰਡਨਿੰਗ ਵੀ ਕਰਦੇ ਪਏ ਹੈਗੇ, ਤੇ ਅਸੀਂ ਐਕਟਿਵਲੀ, ਜਿਸ ਤੇ ਅਸੀਂ ਜ਼ਿਆਦਾ ਵਿਸ਼ਵਾਸ ਕਰਦੇ ਹਾਂ ਕਿ ਪ੍ਰੋਐਕਟਿਵ ਤਰੀਕੇ ਨਾਲ ਇਹਨਾਂ ਦੇ ਮਗਰ ਪੈ ਕੇ, ਜਿਵੇਂ ਮੈਂ ਪਹਿਲੇ ਜ਼ਿਕਰ ਕੀਤਾ ਸੀ ਕਿ ਜਿਵੇਂ ਬਾਨ ਸਾਹਿਬ ਦੀ ਟੀਮ ਜਿਹੜੀ ਹੈਗੀ ਦੇ ਕੋਆਰਡੀਨੇਟ, ਜਿਹੜਾ ਅਸੀਂ ਕੰਮ ਕੀਤਾ ਹੈ ਕਿ ਹਰ ਪੁਲਿਸ ਸਟੇਸ਼ਨ ਲੈਵਲ ਤੇ ਜਿਨ੍ਹਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਇਸ ਤਰ੍ਹਾਂ ਦੇ ਕੇਸਾਂ ਦੇ ਵਿੱਚ, UAPA ਦੇ ਵਿੱਚ ਜਾਂ ਗੈਂਗਸਟਰ ਦੇ ਕੇਸਿਸ, ਐਕਸਪਲੋਸਿਵ ਐਕਟ ਦੇ, ਐਕਸਟੋਰਸ਼ਨ ਦੇ ਕੇਸਿਸ, ਉਹਨਾਂ ਸਾਰਿਆਂ ਨੂੰ ਅਸੀਂ ਸ਼ਾਰਟਲਿਸਟ ਕਰਕੇ ਅਸੀਂ ਐਕਟੀਵੇਟ ਕਰ ਰਹੇ ਪੁਲਿਸ ਨੂੰ ਥਾਣੇ ਲੈਵਲ ਤੇ ਕਿ ਤੁਸੀਂ ਇਹਨਾਂ ਤੇ ਨਿਗਰਾਨੀ ਰੱਖੋ ਵੀ ਤੁਸੀਂ ਵੀ, ਕਿ ਜਿਹੜਾ ਗੈਂਗਸਟਰਸ ਤੇ ਕਾਬੂ ਕਰਨਾ ਇਹ ਜਿਹੜਾ ਹੈਗਾ ਇਹ ਹਰ SHO ਦਾ, ਹਰ ਪੁਲਿਸ ਅਫਸਰ ਦਾ ਕੰਮ ਹੈ। ਇਨਫੈਕਟ ਮੈਂ ਦੱਸਣਾ ਚਾਹਾਂਗਾ ਕਿ ਪਿੱਛੇ
ਸੀਐਮ ਸਾਹਿਬ ਨੇ ਐਸਐਸਪੀਜ਼ ਨਾਲ ਮੀਟਿੰਗ ਲਈ ਸੀ ਗਰੁੱਪਸ ਦੇ ਵਿੱਚ, ਸੋ ਉਹਨਾਂ ਨੇ ਇਹੀ ਗੱਲ ਕਹੀ ਸੀ ਕਿ ਵੀ ਸ਼ੁੱਡ ਫੋਲੋ ਬਾਟਮਸ ਅਪ ਅਪਰੋਚ ਐਂਡ ਟਾਪ ਡਾਊਨ ਅਪਰੋਚ ਬੋਥ। ਜਨਰਲੀ ਸਾਡਾ ਟਾਪ ਡਾਊਨ ਹੁੰਦਾ ਹੈ ਕਿ ਜੀ AGTF ਨੂੰ ਇਨਫੋਰਮੇਸ਼ਨ ਮਿਲੀ, ਇਹਨਾਂ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਕਰ ਲਿਆ। ਅਸੀਂ ਚਾਹੁੰਦੇ ਕਿ ਥੱਲੇ ਉਹ ਸਾਰਿਆਂ ਨੂੰ ਐਕਟੀਵੇਟ ਕਰੋ, ਕਿ ਹਰ SHO ਐਮਪਾਵਰਡ ਫੀਲ ਕਰੇ, ਉਹ ਆਪਣੇ ਏਰੀਆ ਦੇ ਵਿੱਚ ਗੈਂਗਸਟਰਸ ਤੇ ਨਿਗਰਾਨੀ ਰੱਖੇ, ਸੋਰਸਸ ਬਣਾਏ, ਸੋ ਦੈਟ ਅਸੀਂ ਜੜ ਤੋਂ ਇਸ ਨੂੰ ਉਖਾੜ ਤਾਂ ਹੀ ਸਕਦੇ ਹਾਂ ਜੀ, ਜੇ ਸਾਰੀ ਪੁਲਿਸ ਐਕਟਿਵ ਹੋ ਕੇ ਪੰਜਾਬ ਪੁਲਿਸ ਇਸ ਤੇ ਪਏਗੀ। ਪਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਉਹਨਾਂ ਨੂੰ ਦੀਪਕ ਮੋਦੀ? 6 ਦਿਨ ਦਾ ਰਿਮਾਂਡ ਮਿਲਿਆ ਜੀ ਤੇ ਵੀ ਲਿਓ। ਥੈਂਕ ਯੂ।